ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਵਨੀਤ। ਪਿਛਲੇ ਐਪੀਸੋਡ 'ਚ ਆਪਾਂ ਗੱਲ ਕੀਤੀ ਸੀ ਆਇਲਸ ਬਾਰੇ। ਮੈਂ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਸੀ ਚਾਰੋਂ ਮੋਡਿਊਲਸ ਬਾਰੇ। ਆਓ ਆਪਾਂ ਦੇਖੀਏ ਪਿਛਲੇ ਐਪੀਸੋਡ 'ਚ ਆਪਾਂ ਕੀ ਗੱਲ ਕੀਤੀ ਸੀ। 4 ਮੋਡਿਊਲ ਹੁੰਦੇ ਨੇ ਜਿਹਦਾ ਉਹ ਟੈਸਟ ਲੈਂਦੇ ਨੇ, ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਸਭ ਤੋਂ ਪਹਿਲਾ ਜਿਹੜਾ ਮੋਡਿਊਲ ਹੁੰਦਾ ਹੈ ਉਹ ਹੁੰਦਾ ਹੈ ਲਿਸਨਿੰਗ। ਲਿਸਨਿੰਗ ਦਾ ਜਿਹੜਾ ਪੇਪਰ ਹੈ ਉਹ ਟੋਟਲ 40 ਮਿੰਟ ਦਾ ਹੁੰਦਾ ਹੈ। ਰੀਡਿੰਗ ਜਿਹੜਾ ਮੋਡਿਊਲ ਹੈ ਉਹਦੇ 'ਚ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ, ਉਹ ਦੇਖਣਾ ਚਾਹੁੰਦੇ ਨੇ ਕਿ ਤੁਸੀਂ ਜੋ ਲੈਂਗੁਏਜ ਹੈ ਉਹ ਕਿੰਨਾ ਸਮਝ ਪਾ ਰਹੇ ਹੋ ਪੜ੍ਹ ਕੇ। ਰਾਈਟਿੰਗ ਟਾਸਕ 2 ਵਿੱਚ ਤੁਹਾਨੂੰ ਇੱਕ ਐਸੇ ਲਿਖਣ ਲਈ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਸਪੀਕਿੰਗ 'ਚ 2 ਹੋਰ ਸੈਕਸ਼ਨ ਹੁੰਦੇ ਨੇ, ਸੈਕਸ਼ਨ 2 ਤੇ ਸੈਕਸ਼ਨ 3। ਅੱਜ ਆਪਾਂ ਚਾਰੋਂ ਮੋਡਿਊਲਸ ਬਾਰੇ ਬਰੀਫ 'ਚ ਡਿਸਕਸ਼ਨ ਕੀਤੀ ਹੈ। ਤੇ ਅੱਜ ਅਸੀਂ ਲਿਸਨਿੰਗ ਬਾਰੇ ਗੱਲ ਕਰਾਂਗੇ ਜੋ ਕਿ ਪਹਿਲਾ ਮੋਡਿਊਲ ਹੈ। ਸਭ ਤੋਂ ਪਹਿਲਾਂ ਲਿਸਨਿੰਗ ਬਾਰੇ ਅਸੀਂ ਦੇਖ ਲਾਂਗੇ ਕਿ ਇਹਦਾ ਕੀ ਡਿਊਰੇਸ਼ਨ ਹੁੰਦੀ ਹੈ ਤੇ ਇਹਦਾ ਕੀ ਪੈਟਰਨ ਹੁੰਦਾ ਹੈ। ਲਿਸਨਿੰਗ ਆਇਲਸ ਦਾ ਪਹਿਲਾ ਮੋਡਿਊਲ ਹੈ ਜਿਹਦੇ ਵਾਸਤੇ ਤੁਹਾਨੂੰ ਟੋਟਲ 40 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ। ਇਹਦੇ ਵਿੱਚ 4 ਸੈਕਸ਼ਨ ਹੁੰਦੇ ਨੇ। ਇਹਦੇ ਵਿੱਚ ਚਾਰੋਂ ਸੈਕਸ਼ਨਸ ਦਾ ਜਦੋਂ ਤੁਸੀਂ ਅਗਲੇ ਸੈਕਸ਼ਨਸ ਦੇ ਪਹੁੰਚਦੇ ਜਾਂਦੇ ਹੋ ਉਹਦਾ ਡਿਫਿਕਲਟੀ ਲੈਵਲ ਯਾਨੀ ਕਿ ਮੁਸ਼ਕਿਲਾਂ ਜਿਹੜੀ ਕਿ ਕੁਐਸਚਨਸ 'ਚ ਪੁੱਛੀਆਂ ਜਾਂਦੀਆਂ ਨੇ ਉਹ ਵੱਧਦੀ ਜਾਂਦੀਆਂ ਨੇ। ਆਪਾਂ ਗੱਲ ਕਰਾਂਗੇ ਅੱਜ ਚਾਰੋਂ ਸੈਕਸ਼ਨਸ ਬਾਰੇ। ਕੀ ਸੈਕਸ਼ਨਸ ਹੁੰਦੇ ਨੇ, ਇਹਦੇ 'ਚ ਕਿਸ ਪ੍ਰਕਾਰ ਦੇ ਕੁਐਸਚਨਸ ਪੁੱਛੇ ਜਾਂਦੇ ਨੇ। ਪਹਿਲਾ ਸੈਕਸ਼ਨ ਜਿਹੜਾ ਹੁੰਦਾ ਹੈ ਉਹ ਇੱਕ ਹੁੰਦੀ ਹੈ ਕਨਵਰਸੇਸ਼ਨ। ਕਨਵਰਸੇਸ਼ਨ ਮਤਲਬ 2 ਲੋਕਾਂ ਦੀ ਗੱਲਬਾਤ। ਸੈਕੰਡ ਸੈਕਸ਼ਨ ਇੱਕ ਹੁੰਦਾ ਹੈ ਮੋਨੋਲੌਗ। ਮੋਨੋਲੌਗ ਮਤਲਬ ਕਿ ਸਿਰਫ ਇੱਕ ਇਨਸਾਨ ਇਹਦੇ ਵਿੱਚ ਕਿਸੇ ਚੀਜ਼ ਬਾਰੇ ਇਨਫੋਰਮੇਸ਼ਨ ਦੇ ਰਿਹਾ ਹੁੰਦਾ ਹੈ। ਸੈਕਸ਼ਨ 3 ਹੁੰਦਾ ਹੈ ਜਿਹਦੇ 'ਚ 2 ਤੋਂ ਲੈ ਕੇ 4 ਲੋਕਾਂ ਤੱਕ ਦੀ ਕਨਵਰਸੇਸ਼ਨ ਦਿੱਤੀ ਜਾਂਦੀ ਹੈ। 2 ਲੋਕ ਵੀ ਹੋ ਸਕਦੇ ਨੇ, 3 ਵੀ ਹੋ ਸਕਦੇ ਨੇ, ਮੈਕਸਿਮਮ 4 ਲੋਕਾਂ ਦੀ ਕਨਵਰਸੇਸ਼ਨ ਹੁੰਦੀ ਹੈ। ਇਹ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਉਹ ਰਿਲੇਟਡ ਹੁੰਦੀ ਹੈ ਪੜ੍ਹਾਈ ਤੋਂ। ਕੋਈ ਵੀ ਅਸਾਈਨਮੈਂਟ ਤੋਂ ਰਿਲੇਟਡ ਹੋ ਸਕਦੀ ਹੈ, ਕੋਈ ਵੀ ਪ੍ਰੋਜੈਕਟ ਤੋਂ ਰਿਲੇਟਡ ਹੋ ਸਕਦੀ ਹੈ ਤੇ ਉਸ ਤੇ ਰਿਗਾਰਡਿੰਗ ਕੁਐਸਚਨਸ ਪੁੱਛੇ ਜਾਂਦੇ ਨੇ। ਤੇ ਚੌਥਾ ਤੇ ਆਖਰੀ ਜਿਹੜਾ ਸੈਕਸ਼ਨ ਹੁੰਦਾ ਹੈ ਉਹ ਫਿਰ ਤੋਂ ਇੱਕ ਮੋਨੋਲੌਗ ਹੁੰਦਾ ਹੈ ਜਿਹਦੇ ਵਿੱਚ ਸਿਰਫ ਇੱਕ ਇਨਸਾਨ ਬੋਲ ਰਿਹਾ ਹੁੰਦਾ ਹੈ ਤੇ ਇਨਫੋਰਮੇਸ਼ਨ ਦੇ ਰਿਹਾ ਹੁੰਦਾ ਹੈ। ਪਹਿਲਾ ਸੈਕਸ਼ਨ ਜਿਹੜਾ ਹੁੰਦਾ ਹੈ ਉਹਦੇ 'ਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 2 ਲੋਕਾਂ ਦੀ ਗੱਲਬਾਤ ਹੁੰਦੀ ਹੈ। ਤੇ ਅੱਜ ਆਪਾਂ ਐਗਜ਼ਾਮਪਲ ਡਿਸਕਸ ਕਰਾਂਗੇ ਪਹਿਲੇ ਸੈਕਸ਼ਨ ਬਾਰੇ। ਹੁਣ ਆਪਾਂ ਗੱਲ ਕਰਾਂਗੇ ਮਾਰਕਿੰਗ ਬਾਰੇ। ਲਿਸਨਿੰਗ 'ਚ ਟੋਟਲ 40 ਕੁਐਸਚਨਸ ਹੁੰਦੇ ਨੇ। ਹਰ ਸੈਕਸ਼ਨ 'ਚ 10 ਕੁਐਸਚਨ ਹੁੰਦੇ ਨੇ। ਹਰ ਇੱਕ ਕੁਐਸਚਨ 1 ਨੰਬਰ ਦਾ ਹੁੰਦਾ ਹੈ। ਟੋਟਲ 40 ਕੁਐਸਚਨ ਮਤਲਬ 40 ਮਾਰਕਸ। ਉਸ ਤੋਂ ਬਾਅਦ ਇਹ 40 ਕੁਐਸਚਨਸ 40 ਨੰਬਰ ਨੂੰ ਬੈਂਡ 'ਚ ਕਨਵਰਟ ਕੀਤਾ ਜਾਂਦਾ ਹੈ। ਜਿਹੜਾ ਇਨਸਾਨ 40 ਵਿੱਚੋਂ 40 ਨੰਬਰ ਲੈਂਦਾ ਹੈ ਉਹਦੇ 9 ਬੈਂਡ ਹੁੰਦੇ ਨੇ। 40 ਵਿੱਚੋਂ 39 ਨੰਬਰ ਵਾਲੇ ਦੇ 8.5 ਬੈਂਡ ਹੁੰਦੇ ਨੇ। ਇੱਦਾਂ ਕਰਕੇ ਇਹਦੇ ਬੈਂਡਸ ਹੁੰਦੇ ਨੇ। ਆਓ ਆਪਾਂ ਲਿਸਨਿੰਗ ਦਾ ਬੈਂਡ ਸਕੋਰ ਦੇਖੀਏ। ਹਰ ਇੱਕ ਮੋਡਿਊਲ ਦਾ ਬੈਂਡ ਸਕੋਰ ਡਿਫਰੈਂਟ ਹੁੰਦਾ ਹੈ। ਲਿਸਨਿੰਗ 'ਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 40 ਨੰਬਰ ਵਾਲੇ ਦੇ 9 ਬੈਂਡ ਹੁੰਦੇ ਹੈ। ਇਸੇ ਤਰ੍ਹਾਂ ਰੀਡਿੰਗ ਵਿੱਚ 40 ਤੇ 39 ਨੰਬਰਾਂ ਵਾਲੇ ਦੇ 9 ਬੈਂਡ ਹੁੰਦੇ ਨੇ। 37 ਤੇ 38 ਨੰਬਰ ਵਾਲਿਆਂ ਦੇ 8.5 ਬੈਂਡ ਹੁੰਦੇ ਨੇ। ਇੱਦਾਂ ਕਰਕੇ ਲਿਸਨਿੰਗ ਤੇ ਰੀਡਿੰਗ ਵਿੱਚ ਵੀ ਬੈਂਡਸ ਦਾ ਡਿਫਰੈਂਸ ਹੁੰਦਾ ਹੈ। ਹੁਣ ਆਪਾਂ ਗੱਲ ਕਰਾਂਗੇ ਪਹਿਲੇ ਸੈਕਸ਼ਨ ਬਾਰੇ। ਲਿਸਨਿੰਗ ਵਿੱਚ ਜਿਹੜਾ ਪਹਿਲਾ ਸੈਕਸ਼ਨ ਹੁੰਦਾ ਹੈ ਉਹਦੇ ਵਿੱਚ 2 ਲੋਕਾਂ ਦੀ ਕਨਵਰਸੇਸ਼ਨ ਹੁੰਦੀ ਹੈ। ਹੁਣ ਤੁਹਾਨੂੰ ਇੱਕ ਆਵਾਜ਼ ਸੁਣਾਈ ਜਾਏਗੀ ਤੇ ਉਹਦੇ ਬੇਸਿਸ ਤੇ ਆਪਾਂ ਇਹ ਕੁਐਸਚਨਾਂ ਦੇ ਆਨਸਰ ਦਾਂਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਐਸਚਨ ਤੋਂ ਪਹਿਲਾਂ ਲਿਖਿਆ ਗਿਆ ਹੈ ਕਿ ਆਨਸਰ ਥੀਸ ਕੁਐਸਚਨਸ ਵਿਦ not more than 2 words and or a number for each question। ਹੁਣ ਇਹਦਾ ਕੀ ਮਤਲਬ ਹੈ? ਇਹਦਾ ਇਹ ਮਤਲਬ ਹੈ ਕਿ ਹਰ ਇੱਕ ਜਵਾਬ ਜੋ ਤੁਸੀਂ ਹਰ ਇੱਕ ਪ੍ਰਸ਼ਨ ਦਾ ਦੋਗੇ ਉਹ 2 ਵਰਡਸ ਤੋਂ ਜ਼ਿਆਦਾ ਜਾਂ ਫਿਰ 1 ਨੰਬਰ ਤੋਂ ਜ਼ਿਆਦਾ ਜਾਂ ਫਿਰ 2 ਵਰਡਸ ਤੇ 1 ਨੰਬਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਹੈ 2 ਸ਼ਬਦਾਂ ਤੋਂ ਜ਼ਿਆਦਾ ਨਹੀਂ ਹੋ ਸਕਦਾ। ਜਦੋਂ ਵੀ ਤੁਸੀਂ ਲਿਸਨਿੰਗ ਦਾ ਮੋਡਿਊਲ ਅਟੈਂਪਟ ਕਰ ਰਹੇ ਹੋ, ਹਰ ਸੈਕਸ਼ਨ ਅਟੈਂਪਟ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਦੀ ਹੈਡਿੰਗ ਪੜ੍ਹ ਲਓ, ਕਿਉਂਕਿ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਕਿੰਨੇ ਵਰਡਸ ਯਾਨੀ ਕਿ ਕਿੰਨੇ ਸ਼ਬਦ ਯੂਜ਼ ਕਰ ਸਕਦੇ ਹੋ ਉਸ ਆਨਸਰ ਦੇ ਲਈ। ਜੇ ਤੁਸੀਂ ਉਸ ਤੋਂ ਜ਼ਿਆਦਾ ਸ਼ਬਦਾਂ ਦਾ ਪ੍ਰਯੋਗ ਕਰਦੇ ਹੋ
ਕੋਈ ਵੀ ਜਵਾਬ ਦੇਣ 'ਚ ਤੇ ਤੁਹਾਡੇ ਬੈਂਡਸ ਕੱਟੇ ਜਾਂਦੇ ਨੇ। ਤੇ ਇਹ ਨੋਟ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਸੈਕਸ਼ਨ ਸ਼ੁਰੂ ਕਰੋ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਰੀ ਇਨਸਟਰਕਸ਼ਨਸ ਚੰਗੀ ਤਰ੍ਹਾਂ ਪੜ੍ਹ ਲਓ ਤੇ ਉਹਦੇ ਮੁਤਾਬਿਕ ਹੀ ਹਰ ਜਵਾਬ ਦਿਓ, ਕਿਉਂਕਿ ਸਵਾਲ ਦਾ ਜਵਾਬ ਠੀਕ ਦੇਣ ਤੋਂ ਬਾਅਦ ਵੀ ਤੁਹਾਡੇ ਨੰਬਰ ਕੱਟੇ ਨਹੀਂ ਜਾਣੇ ਚਾਹੀਦੇ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਇਨਸਟਰਕਸ਼ਨਸ ਧਿਆਨ ਨਾਲ ਪੜ੍ਹੋ ਕਿ ਤੁਹਾਨੂੰ ਕਿੰਨੇ ਵਰਡਸ 'ਚ ਉਹ ਆਨਸਰ ਦੇਣਾ ਹੈ। ਹਰ ਇੱਕ ਸੈਕਸ਼ਨ ਅਟੈਂਪਟ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਟਾਈਮ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਤੁਸੀਂ ਉਸ ਸੈਕਸ਼ਨ ਦੇ ਕੁਐਸਚਨਸ ਪਹਿਲਾਂ ਤੋਂ ਹੀ ਪੜ੍ਹ ਲੈਣੇ ਹੈ। ਇਹਦੇ ਨਾਲ ਕੀ ਹੋਏਗਾ ਕਿ ਜਦੋਂ ਉਹ ਬੋਲਣਾ ਸਟਾਰਟ ਕਰਦੇ ਨੇ, ਜਦੋਂ ਤੁਸੀਂ ਉਹ ਸੁਣਦੇ ਹੋ, ਤੁਸੀਂ ਆਲਰੇਡੀ ਉਸ ਚੀਜ਼ ਦਾ ਜਵਾਬ ਦੇਣ ਲਈ ਪ੍ਰਿਪੇਅਰ ਹੋ ਚੁੱਕੇ ਹੁੰਦੇ ਹੋ, ਤੁਸੀਂ ਆਲਰੇਡੀ ਉਹ ਸ਼ਬਦ ਪੜ੍ਹ ਚੁੱਕੇ ਹੁੰਦੇ ਹੋ ਆਪਣੇ ਕੁਐਸਚਨ ਪੇਪਰ 'ਚ, ਤੇ ਜਦੋਂ ਤੁਸੀਂ ਉਹ ਸੁਣਦੇ ਹੋ ਤੁਹਾਨੂੰ ਨਾਲ ਹੀ ਪਤਾ ਚੱਲ ਜਾਂਦਾ ਹੈ ਕਿ ਇਹਦਾ ਇਹ ਜਵਾਬ ਹੈ। ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਲਿਸਨਿੰਗ ਦੇ ਪੇਪਰ 'ਚ ਹਰ ਇੱਕ ਜੋ ਕਨਵਰਸੇਸ਼ਨ ਹੈ, ਜੋ ਤੁਹਾਨੂੰ ਸੁਣਾਈ ਦਿੱਤੀ ਜਾਂਦੀ ਹੈ, ਉਹ ਰਿਪੀਟ ਨਹੀਂ ਹੁੰਦੀ। ਤਾਂ ਤੁਸੀਂ ਜਦੋਂ ਪਹਿਲੀ ਵਾਰ ਸੁਣਦੇ ਹੋ ਤੁਹਾਨੂੰ ਉਸੇ ਸਮੇਂ ਕੁਐਸਚਨ ਪੇਪਰ 'ਚ ਹੀ ਆਪਣਾ ਆਨਸਰ, ਆਪਣਾ ਜਵਾਬ ਲਿਖਣਾ ਹੁੰਦਾ ਹੈ। ਤੁਹਾਨੂੰ ਕੋਈ ਵੀ ਵਾਧੂ ਟਾਈਮ ਨਹੀਂ ਦਿੱਤਾ ਜਾਂਦਾ। ਇਸ ਮੋਡਿਊਲ ਵਿੱਚ ਇੰਗਲਿਸ਼ ਤੋਂ ਜ਼ਿਆਦਾ ਤੁਹਾਡੀ ਪ੍ਰੈਜ਼ੈਂਸ ਆਫ ਮਾਈਂਡ ਨੂੰ ਜੱਜ ਕੀਤਾ ਜਾਂਦਾ ਹੈ ਕਿ ਤੁਸੀਂ ਕਿੰਨਾ ਧਿਆਨ ਨਾਲ ਉਹ ਵਰਡ ਸੁਣ ਰਹੇ ਹੋ ਤੇ ਕੀ ਤੁਸੀਂ ਉਹ ਵਰਡ ਸੁਣਦੇ ਹੀ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਇਹ ਇਸ ਚੀਜ਼ ਦਾ ਜਵਾਬ ਹੈ। This is Citibank. You're speaking with Jeanette. How may I help you today? Hi. I'd like to ask a few questions about a term deposit. Certainly. Do you currently have any investments with us? Yes, I do, but my term deposit is due to mature soon, and I've come to find out my options for renewing and extending it. I'm considering a range of different investments, to be honest, but I wanted to begin with the simplest option. Okay, sir. Well, before we begin, I just need to verify your ID. Can I have your name, please? David Marshall. That's M for mother. ARSHALL. Thank you, David. ਹੁਣ ਜਿਵੇਂ ਕਿ ਆਪਾਂ ਇਹ ਆਡੀਓ ਸੁਣੀ, ਇਹਦੇ ਵਿੱਚ ਦੋ ਲੋਕਾਂ ਦੀ ਗੱਲਬਾਤ ਸਾਨੂੰ ਸੁਣਾਈ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਇੱਕ ਕਸਟਮਰ ਹੈ ਤੇ ਇੱਕ ਬੈਂਕ ਰੈਪਰੈਜ਼ੈਂਟੇਟਿਵ ਹੈ। ਉਹਦੇ ਵਿੱਚ ਜਿਹੜਾ ਕਸਟਮਰ ਹੈ ਉਹ ਬੈਂਕ ਰੈਪਰੈਜ਼ੈਂਟੇਟਿਵ ਨੂੰ ਆਪਣੀ ਇਨਫੋਰਮੇਸ਼ਨ ਦੇ ਰਿਹਾ ਹੈ। ਜਿਵੇਂ ਕਿ ਤੁਸੀਂ ਸੁਣਿਆ ਕਿ ਬੈਂਕ ਰੈਪਰੈਜ਼ੈਂਟੇਟਿਵ ਨੇ ਕਸਟਮਰ ਕੋਲੋਂ ਉਹਦੀ ਡਿਟੇਲਸ ਮੰਗੀਆਂ ਤੇ ਉਹਦੇ ਵਿੱਚ ਕਸਟਮਰ ਨੇ ਆਪਣਾ ਨਾਂ ਦੱਸਿਆ, ਜਿਹਦੇ ਵਿੱਚ ਉਹਦਾ ਨਾਂ ਸੀ ਡੇਵਿਡ ਮਾਰਸ਼ਲ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕੁਐਸਚਨ ਪੇਪਰ ਵਿੱਚ ਆਲਰੇਡੀ ਡੇਵਿਡ ਮੈਂਸ਼ਨ ਹੈ ਤੇ ਇਹਦੇ ਵਿੱਚ ਤੁਹਾਡਾ ਕੰਮ ਹੈ ਸਿਰਫ ਉਹਦਾ ਲਾਸਟ ਨੇਮ ਲਿਖਣਾ, ਜੋ ਕਿ ਹੈ ਮਾਰਸ਼ਲ। ਆਡੀਓ ਵਿੱਚ ਤੁਸੀਂ ਇਹ ਵੀ ਧਿਆਨ ਦਿੱਤਾ ਹੋਣਾ ਹੈ ਕਿ ਮਾਰਸ਼ਲ ਨੂੰ ਉਹਨਾਂ ਨੇ ਸਪੈਲ ਵੀ ਕੀਤਾ। ਇਹਦਾ ਇਹ ਮਤਲਬ ਹੈ ਕਿ ਜਦੋਂ ਤੁਸੀਂ ਲਿਖ ਰਹੇ ਹੋ ਮਾਰਸ਼ਲ, ਉਹਦੇ ਸਪੈਲਿੰਗ ਵੀ ਬਹੁਤ ਜ਼ਿਆਦਾ ਮੈਟਰ ਕਰਦੇ ਹੈ। ਤੁਹਾਡਾ ਸਪੈਲਿੰਗ ਗਲਤ ਨਹੀਂ ਹੋਣੇ ਚਾਹੀਦੇ, ਕਿਉਂਕਿ ਉਹਨਾਂ ਨੇ ਤੁਹਾਨੂੰ ਪ੍ਰੋਪਰਲੀ ਉਹਦੇ ਸਪੈਲਿੰਗਸ MARSHALL ਦੱਸੇ ਨੇ। ਇਹੀ ਤੁਹਾਡਾ ਕੰਮ ਹੈ। ਤੁਸੀਂ ਕੁਐਸਚਨ ਨੰਬਰ 1 ਦਾ ਆਨਸਰ ਜਦੋਂ ਮਾਰਸ਼ਲ ਲਿਖਦੇ ਹੋ, ਮਤਲਬ ਤੁਹਾਨੂੰ ਉਹਦਾ ਇੱਕ ਨੰਬਰ ਮਿਲ ਗਿਆ। ਜੇ ਤੁਸੀਂ ਮਾਰਸ਼ਲ ਦੇ ਪ੍ਰੋਪਰਲੀ ਸਪੈਲਿੰਗ ਸੁਣਨ ਤੋਂ ਬਾਅਦ ਵੀ ਗਲਤ ਸਪੈਲਿੰਗ ਲਿਖਦੇ ਹੋ, ਉਹ ਤੁਹਾਡੀ ਨਲਾਇਕੀ ਗਿਣੀ ਜਾਂਦੀ ਹੈ ਤੇ ਉਹਦੇ ਲਈ ਤੁਹਾਨੂੰ ਨੰਬਰ ਨਹੀਂ ਦਿੱਤੇ ਜਾਂਦੇ। What's your mobile phone number? 023-561055. And your date of birth, please? 18th of February, 1968. Right. ਉਸ ਤੋਂ ਬਾਅਦ ਅਸੀਂ ਆਡੀਓ 'ਚ ਦੇਖਿਆ ਕਿ ਕਸਟਮਰ ਦੇ ਫੋਨ ਨੰਬਰ, ਉਹਦੀ ਡੇਟ ਆਫ ਬਰਥ ਉਹਨਾਂ ਨੇ ਮੈਂਸ਼ਨ ਕੀਤੀ। ਕੁਐਸਚਨ ਵਿੱਚ ਕਸਟਮਰ ਦਾ ਡੇਟ ਆਫ ਬਰਥ ਤੇ ਉਹਦਾ ਫੋਨ ਨੰਬਰ ਆਲਰੇਡੀ ਦਿੱਤਾ ਗਿਆ ਹੈ, ਮਤਲਬ ਉਹਦਾ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ। So I've got your account information in front of me. You've currently got $18,000 on a term of 180 days. That's at a rate of 3.45% per year or per annum. Okay, so what are my options? Can we start by looking at 1 and 2 year terms? ਉਸ ਤੋਂ ਬਾਅਦ ਕਸਟਮਰ ਦੀ ਟਰਮ ਡਿਪੋਜ਼ਿਟ ਡਿਟੇਲਸ ਬਾਰੇ ਦਿੱਤਾ ਗਿਆ ਹੈ। ਉਹਦੇ ਵਿੱਚ ਕਸਟਮਰ ਨੂੰ ਕਿੰਨੇ ਦਿਨ ਦਾ ਟਰਮ ਡਿਪੋਜ਼ਿਟ ਚਾਹੀਦਾ ਹੈ, ਉਹਦੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ ਆਡੀਓ ਵਿੱਚ ਉਹਦਾ ਆਨਸਰ 180 ਦਿਨ ਦਿੱਤਾ ਗਿਆ ਸੀਗਾ। ਅਸੀਂ ਉਸੇ ਦੇ ਹਿਸਾਬ ਨਾਲ ਉਹਦਾ ਆਨਸਰ ਸੈਕਿੰਡ ਵਿੱਚ 180 ਡੇਜ਼ ਲਿਖ ਦੇਵਾਂਗੇ। ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਯੂ ਵਿਲ ਆਨਸਰ ਦ ਕੁਐਸਚਨ ਇਨ ਨਾਟ ਮੋਰ ਦੈਨ 2 words ਐਂਡ ਔਰ ਅ ਨੰਬਰ। ਤੇ ਤੁਸੀਂ ਹਮੇਸ਼ਾ ਆਨਸਰ ਦੇਣ ਲੱਗਿਆ ਇਹ ਧਿਆਨ ਰੱਖਣਾ ਹੈ ਕਿ ਤੁਹਾਡਾ ਆਨਸਰ 2 words ਜਾਂ ਇੱਕ ਨੰਬਰ
ਜਾਂ 2 ਵਰਡਸ ਤੇ ਇੱਕ ਨੰਬਰ ਤੋਂ ਜ਼ਿਆਦਾ ਐਕਸੀਡ ਨਾ ਕਰੇ, ਉਹਦੇ ਲਈ ਤੁਹਾਨੂੰ ਮਾਰਕਸ ਨਹੀਂ ਦਿੱਤੇ ਜਾਣਗੇ। If we put it on a 1-year term, we can offer you a yearly return of 3.65%. And for 2 years, it's 3.7%. Oh no, hang on. Sorry, we have a special deal on that term right now at 3.85%. Okay. ਨੈਕਸਟ ਕੁਐਸਚਨ, ਉਹਨਾਂ ਨੇ ਕਰੰਟ ਡਿਪੋਜ਼ਿਟ ਰੇਟਸ ਬਾਰੇ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ 1 ਈਅਰ ਬਾਰੇ ਕੁਐਸਚਨ ਵਿੱਚ ਆਲਰੇਡੀ ਇਨਫੋਰਮੇਸ਼ਨ ਦਿੱਤੀ ਗਈ ਹੈ। ਤੁਹਾਨੂੰ 2 ਇਅਰਸ ਬਾਰੇ ਇਨਫੋਰਮੇਸ਼ਨ ਦੇਣੀ ਹੈ। ਉਹਦਾ ਆਨਸਰ ਹੈ 3.85, ਜਿੱਦਾਂ ਕਿ ਅਸੀਂ ਆਡੀਓ 'ਚ ਆਲਰੇਡੀ ਸੁਣਿਆ। ਉੱਥੇ ਤੁਸੀਂ ਸਿਰਫ 3.85% ਆਨਸਰ ਮੈਂਸ਼ਨ ਕਰ ਦਿਓਗੇ। Okay, so the total interest earned would be $657 for 1 year, and I'm just bringing up the 2-year figure for you. A 2-year term at 3.85% interest, that's a total of $1,412 interest on maturity. Right. That's about a $700 difference. Yes, a bit more actually. Okay. Oh, a friend of mine told me he gets his term deposit interest paid into his account every month. Do you have a monthly interest option? Yes, actually, we do offer that on term deposits, but only on investments of $20,000 or more. ਉਸ ਤੋਂ ਬਾਅਦ ਕੁਐਸਚਨ ਨੰਬਰ 4 ਵਿੱਚ ਉਹਨਾਂ ਨੇ ਮੰਥਲੀ ਡਿਪੋਜ਼ਿਟ $20,000 ਆਲਰੇਡੀ ਬੋਲਿਆ ਹੈ। ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਕੁਐਸਚਨ 4 'ਚ ਜਿਵੇਂ ਤੁਸੀਂ ਦੇਖ ਸਕਦੇ ਹੋ ਡੈਸ਼ ਟਰਮ ਡਿਪੋਜ਼ਿਟ, ਕਿਹੜੇ ਡਿਪੋਜ਼ਿਟ ਬਾਰੇ ਗੱਲ ਕੀਤੀ ਹੈ? ਮੰਥਲੀ ਡਿਪੋਜ਼ਿਟ। ਇਸ ਕਰਕੇ ਕੁਐਸਚਨ 4 ਦਾ ਆਨਸਰ ਹੋਏਗਾ ਮੰਥਲੀ ਡਿਪੋਜ਼ਿਟ। ਐਸੇ ਤਰੀਕੇ ਤੁਸੀਂ ਹਰ ਉਹਨਾਂ ਦੀ ਇਨਫੋਰਮੇਸ਼ਨ ਜੋ ਉਹਨਾਂ ਨੇ ਦਿੱਤੀ ਹੈ ਉਹ ਸੁਣਦੇ ਨਾਲ ਕੁਐਸਚਨ ਦਾ ਆਨਸਰ ਦਿੰਦੇ ਜਾਣਾ ਹੈ। ਐਸੇ ਤਰ੍ਹਾਂ ਨਾਲ ਤੁਸੀਂ ਆਪਣਾ ਲਿਸਨਿੰਗ ਦਾ ਪੇਪਰ ਕਰੋਗੇ। ਤੁਸੀਂ ਜੋ ਇਨਫੋਰਮੇਸ਼ਨ ਸੁਣੋਗੇ ਉਸ ਇਨਫੋਰਮੇਸ਼ਨ ਬਾਰੇ ਜੇ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਗਿਆ ਹੈ ਤੁਸੀਂ ਉਹ ਨਾਲ ਭਰਦੇ ਜਾਓਗੇ। ਇਹਦੇ ਵਾਸਤੇ ਤੁਹਾਨੂੰ ਐਕਸਟਰਾ ਟਾਈਮ ਨਹੀਂ ਦਿੱਤਾ ਜਾਏਗਾ। ਹਰ ਇੱਕ ਸੈਕਸ਼ਨ ਤੋਂ ਬਾਅਦ ਤੁਹਾਨੂੰ ਨੈਕਸਟ ਸੈਟ ਆਫ ਕੁਐਸਚਨਸ ਨੂੰ ਪੜ੍ਹਨ ਦਾ ਥੋੜਾ ਜਿਹਾ ਟਾਈਮ ਦਿੱਤਾ ਜਾਂਦਾ ਹੈ ਤੇ ਉਹਦੇ ਵਿੱਚ ਤੁਹਾਡਾ ਕੰਮ ਇਹੀ ਰਹੇਗਾ ਕਿ ਤੁਸੀਂ ਪਹਿਲਾਂ ਹੀ ਕੀਵਰਡਸ, ਜਿਵੇਂ ਕਿ ਜਿਹੜੇ ਇੰਪੋਰਟੈਂਟ ਕੁਐਸਚਨਸ ਹੁੰਦੇ ਨੇ ਉਸ ਆਡੀਓ ਤੋਂ ਰਿਲੇਟਡ ਤੁਸੀਂ ਪਹਿਲਾਂ ਹੀ ਪੜ੍ਹ ਲੈਣੇ ਹੈ, ਤਾਂ ਕਿ ਜਦੋਂ ਤੁਸੀਂ ਉਹ ਆਡੀਓ 'ਚ ਵਰਡ ਸੁਣੋ ਤੁਹਾਨੂੰ ਨਾਲ ਹੀ ਪਤਾ ਚੱਲ ਜਾਏ ਕਿ ਇਹ ਤੁਹਾਨੂੰ ਕੁਐਸਚਨ ਦਾ ਆਨਸਰ ਹੁਣ ਮਿਲਣ ਵਾਲਾ ਹੈ। ਜਿਹੜੀ ਆਡੀਓ ਤੁਸੀਂ ਸੁਣੀ ਉਹ ਇੱਕ ਪਹਿਲੇ ਸੈਕਸ਼ਨ ਦਾ ਥੋੜਾ ਜਿਹਾ ਪਾਰਟ ਸੀਗਾ। ਹਰ ਇੱਕ ਸੈਕਸ਼ਨ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ 10 ਮਿੰਟ ਦਾ ਹੁੰਦਾ ਹੈ ਤੇ ਇਹਦੇ ਵਿੱਚ ਜਿਹੜੀ ਆਡੀਓ ਹੁੰਦੀ ਹੈ ਉਹ 7.5 ਮਿੰਟ ਤੋਂ ਲੈ ਕੇ 8 ਮਿੰਟ ਤੱਕ ਚੱਲਦੀ ਹੈ। ਅਸੀਂ ਸਿਰਫ ਪਹਿਲੇ 4 ਕੁਐਸਚਨਸ ਉਹਨੇ ਡਿਸਕਸ ਕੀਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਦੇਣ ਲਈ ਕਿ ਪੇਪਰ ਕਿੱਦਾਂ ਦਿੱਤਾ ਜਾਂਦਾ ਹੈ, ਇਹਦੇ ਵਿੱਚ ਕਿੱਦਾਂ ਤੁਹਾਨੂੰ ਆਡੀਓ ਸੁਣੇਗੀ, ਕਿੱਦਾਂ ਨਾਲ ਕੁਐਸਚਨਸ ਦਿੱਤੇ ਹੋਣਗੇ ਤੇ ਤੁਸੀਂ ਉਹਦਾ ਜਵਾਬ ਕਿੱਦਾਂ ਦੇਣਾ ਹੈ। ਲਿਸਨਿੰਗ ਵਿੱਚ ਸੁਣਨ ਦਾ ਕੰਮ ਜ਼ਿਆਦਾ ਹੁੰਦਾ ਹੈ, ਤੁਸੀਂ ਧਿਆਨ ਨਾਲ ਸੁਣਨਾ ਹੈ ਤੇ ਆਪਣੇ ਆਨਸਰਸ ਲਿਖਣੇ ਨੇ। ਉਸੇ ਤਰੀਕੇ ਸਪੀਕਿੰਗ ਵਿੱਚ ਤੁਹਾਡਾ ਬੋਲਣ ਦਾ ਕੰਮ ਜ਼ਿਆਦਾ ਹੁੰਦਾ ਹੈ, ਸੁਣਨ ਦਾ ਕੰਮ ਥੋੜਾ ਘੱਟ ਹੁੰਦਾ ਹੈ। ਉਹਦੇ ਬੇਸਿਸ ਤੇ ਹੀ ਤੁਹਾਨੂੰ ਬੈਂਡਸ ਦਿੱਤੇ ਜਾਂਦੇ ਨੇ। ਅੱਜ ਦਾ ਐਪੀਸੋਡ ਆਪਾਂ ਇੱਥੇ ਹੀ ਖਤਮ ਕਰਾਂਗੇ ਤੇ ਅਗਲਾ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਹੋਰ ਰੀਡਿੰਗ ਬਾਰੇ। ਤੁਹਾਨੂੰ ਇਸ ਐਪੀਸੋਡ 'ਚ ਕੀ ਮੁਸ਼ਕਲਾਂ ਆਈਆਂ ਤੇ ਤੁਹਾਨੂੰ ਕੀ ਚੀਜ਼ਾਂ ਵਧੀਆ ਲੱਗੀਆਂ ਉਹ ਸਾਨੂੰ ਪਲੀਜ਼ ਕਮੈਂਟ ਬਾਕਸ 'ਚ ਮੈਸੇਜ ਕਰਕੇ ਦੱਸੋ ਤੇ ਹੋਰ ਅਸੀਂ ਨੈਕਸਟ ਐਪੀਸੋਡ 'ਚ ਤੁਹਾਡੇ ਡਾਊਟਸ ਨੂੰ ਹੋਰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਆਪਣਾ ਐਪੀਸੋਡ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।